तो वो साडे को आ जाता है पिच डायामीटर। अगे आ गया स्केयर थ्रैड्स द स्टैंडर्ड की आ। स्टैंडर्ड ऑफ थ्रैड्स डिस्क्राइब पिच कोर डायामीटर एंड मेजर डायामीटर। जिहड़ा स्टैंडर्ड वा स्टैंडर्ड थ्रैड है ਉਹਦੇ ਵਿੱਚ ਕੀ ਹੁੰਦਾ ਆ, एक तो ਉਹਦਾ ਜਿਹੜਾ पिच कोर डायामीटर होएगा तो दूसरा जिहड़ा मेजर डायामीटर होएगा। ठीक है जी, एक वो पिच तो एक वो कोर डायामीटर तो एक मेजर डायामीटर, ये तीन चीज़ों असीं लैके चलते हैं। सो द स्टैंडर्ड थ्रैड्स कैन बी कट इन स्टैंडर्ड मशीन टूल विद दी स्टैंडर्ड कटर्स एंड डिजाइन कैन यूज दैम फॉर कैलकुलेशन एंड साइज टू इंश्योर इंटरचेंजेबिलिटी। सो ये जिहड़े स्टैंडर्ड थ्रैड है ਉਹਦੇ ਹਿਸਾਬ ਦੇ ਨਾਲ ਸਾਡੇ ਜਿਹੜੇ ਟੂਲ ਅਸੀਂ ਬਣਾਏ ਹੁੰਦੇ ਆ। ਜੇ ਅਸੀਂ ਸਪੈਸ਼ਲ ਮਸ਼ੀਨਾਂ ਦੇ ਕੱਟਣੇ ਤਾਂ ਉਸ ਹਿਸਾਬ ਨਾਲ ਉਹਦੇ ਕਟਰ ਵਗੈਰਾ ਬਣਾਏ ਹੁੰਦੇ ਆ ਤੇ ਉਹ ਜਿਹੜੇ ਆ ਤਾਂ ਕਿ ਸਾਡਾ ਜਿਹੜਾ ਸਹੀ ਸਾਈਜ਼ ਦੇ ਉਹ ਚੂੜੀ ਜਿਹੜੀ ਉਹ ਕੱਟ ਸਕੇਅਰ ਥ੍ਰੈਡ ਕੱਟ ਹੋ ਜਾਣ ਤਾਂ ਸਾਡੇ ਇੰਟਰਚੇਂਜੇਬਿਲਿਟੀ ਦਾ ਗੁਣ ਆ ਜਾਵੇ। ਲੇਥ ਦੇ ਉੱਪਰ ਵੀ ਕੱਟਦੇ ਆ ਇਸ ਨੂੰ ਤੇ ਜਿਹੜੀ ਅਸੀਂ ਇਹਨੂੰ ਕੱਟਣ ਦੇ ਵਾਸਤੇ ਵੱਖਰੀਆਂ ਮਸ਼ੀਨਾਂ ਵੀ ਯੂਜ਼ ਕਰ ਲੈਂਦੇ ਆ, ਕਟਰ ਵਗੈਰਾ ਲਾ ਲੈਂਦੇ ਆ, ਇਸ ਤਰੀਕੇ ਨਾਲ ਵੀ ਇਹ ਕੱਟ ਹੋ ਜਾਂਦੇ ਆ। ਅਕੋਰਡਿੰਗ ਟੂ ਇੰਡੀਅਨ ਸਟੈਂਡਰਡ IS 4694 1968 ਫਾਰ ਸਕੇਅਰ ਥ੍ਰੈਡ ਇਨ ਵਿਚ ਦਾ ਥ੍ਰੈਡ ਇਜ਼ ਆਇਡੈਂਟੀਫਾਈਡ ਬਾਈ ਇਟਸ ਨੋਮੀਨਲ ਡਾਇਆਮੀਟਰ। ਇਹ ਜਿਹੜਾ ਇੱਕ ਬਿਊਰੋ ਆਫ ਇੰਡੀਅਨ ਸਟੈਂਡਰਡ ਵਾ ਕਿਉਂਕਿ ਇਹਦੇ ਵਿੱਚ ਫਿਕਸ ਕੀਤਾ ਹੁੰਦਾ। ਇੰਡੀਅਨ ਸਟੈਂਡਰਡ ਜਿਹੜਾ ਆ ਇੱਕ ਭਾਰਤੀ ਮਾਨਕ ਬਿਊਰੋ ਆ, ਉਹ ਇੱਕ ਸਟੈਂਡਰਡ ਕਿਸੇ ਵੀ ਜਿਹੜੀ ਆਈਟਮ ਆ ਉਹਨਾਂ ਦਾ ਸਟੈਂਡਰਡ ਇੱਕ ਤੈਅ ਕਰਦਾ। ਜਿਵੇਂ ਤੁਸੀਂ ਅੱਜ ਕੱਲ੍ਹ ਦੇਖਦੇ ਆ ਕਿ ਹਰੇਕ ਚੀਜ਼ ਤੇ ISI ਮਾਰਕ ਮੈਕਸੀਮਮ ਤੇ ਆ ਰਿਹਾ, ਤਾਂ ਇਹ ਵੀ ਰਿਕਮੈਂਡ ਕੀਤਾ ਜਾਂਦਾ ਕਿ ISI ਮਾਰਕ ਚੀਜ਼ਾਂ ਲਓ। ਉਹ ਕਿਉਂ ਕੀਤਾ ਜਾਂਦਾ? ਕਿਉਂਕਿ ਉਹ ਕੋਈ ਸਟੈਂਡਰਡ ਵਾ, ਸਟੈਂਡਰਡ ਦੇ ਹਿਸਾਬ ਨਾਲ ਬਣਿਆ ਆ, ਉਸ ਸਟੈਂਡਰਡ ਦੇ ਹਿਸਾਬ ਨਾਲ ਬਣਿਆ। ਤੇ ਸਟੈਂਡਰਡ ਇੱਕ ਬੁੱਕ ਹੁੰਦੀ ਆ ਜਿਹਦੇ ਵਿੱਚ ਉਹ ਸਾਰੇ ਸਾਈਜ਼ ਉਹਦੇ ਲਿਖੇ ਹੁੰਦੇ, ਸਾਰਾ ਕੁਝ ਉਹਦਾ ਲਿਖਿਆ ਹੁੰਦਾ ਤੇ ਉਹਦੇ ਤੇ ਉਹ ਪਾਸ ਕੀਤੇ ਹੁੰਦੇ, ਉਹਦੇ ਤੇ ਉਹਦੀ ਟੈਸਟਿੰਗ ਹੋਈ ਹੁੰਦੀ ਆ। ਸੋ ਇਹ ਇਹਦਾ ਜਿਹੜਾ ਆ ਸਟੈਂਡਰਡ ਜਿਹੜਾ ਆ ਸਕੇਅਰ ਥ੍ਰੈਡ ਦਾ ਸਟੈਂਡਰਡ ਹੈਗਾ 4694 1968 IS। तो ਉਹਦੇ ਹਿਸਾਬ ਦੇ ਨਾਲ ਜਿਹੜੇ ਆ ਥ੍ਰੈਡ ਜਿਹੜੇ ਆ ਉਹਨਾਂ ਨੂੰ ਦੇਖਿਆ ਜਾਂਦਾ ਆ। ਸੋ ਉਹਦੇ ਵਿੱਚ ਨੋਮੀਨਲ ਡਾਇਆਮੀਟਰ ਇਹਦੇ ਵਿੱਚ ਦੇਖਦੇ ਆ। ਅਕੋਰਡਿੰਗ ਟੂ ਦਾ ਸਟੈਂਡਰਡ ਦਾ ਮੇਜਰ ਡਾਇਆਮੀਟਰ ਆਫ ਨਟ ਇਜ਼ 0.5 mm ਗ੍ਰੇਟਰ। ਜਿਹੜਾ ਮੇਜਰ ਡਾਇਆਮੀਟਰ ਹੁੰਦਾ ਆ ਇਹਦਾ ਨਟ ਦਾ ਉਹ 0.5 mm ਜ਼ਿਆਦਾ ਹੁੰਦਾ ਦੈਨ ਮੇਜਰ ਡਾਇਆਮੀਟਰ ਆਫ ਸਕਰੀਊ which will provide a clearance of 0.25 between the outer surface of screw and inner surface of nut thread। ਸੋ ਜਿਹਦੇ ਕਰਕੇ ਕੀ ਹੁੰਦਾ, ਜਦੋਂ ਅੱਧਾ mm ਦਾ ਡਿਫਰੈਂਸ ਆ ਨਟ ਵਾਲੇ 'ਚ ਤਾਂ ਜਿਹੜੀ ਸਾਡਾ ਬੋਲਟ ਆ ਉਹਦੇ ਵਿੱਚ ਜਿਹੜਾ ਡਿਫਰੈਂਸ ਹੋਏਗਾ ਅੱਧੇ mm ਦਾ ਉਹਦੇ ਡਾਈ ਦੇ ਵਿੱਚ ਅੰਦਰਲਾ ਜਿਹੜਾ ਮੇਜਰ ਡਾਇਆਮੀਟਰ ਆ। ਸੋ ਉਹਦੇ ਨਾਲ ਕੀ ਹੋਏਗਾ, ਦੋਨੇ ਪਾਸੇ ਜਿਹੜੇ ਆ ਉਹ ਅੱਧਾ mm ਦਾ ਅੱਧਾ ਉੱਧਰ ਯਾਨੀ ਕਿ 0.25 ਉੱਧਰ ਕਲੀਅਰੈਂਸ ਮਿਲ ਜਾਏਗੀ, 0.25 ਉੱਧਰਲੇ ਪਾਸੇ ਮਿਲ ਜਾਏਗੀ ਤੇ ਆਰਾਮ ਦੇ ਨਾਲ ਉਹ ਜਿਹੜਾ ਬੋਲਟ ਆ ਨਟ ਉਹ ਆਪਸ ਵਿੱਚ ਉਹ ਅਸੈਂਬਲ ਹੋ ਜਾਣਗੇ, ਕੱਸੇ ਜਾਣਗੇ। ਸੋ ਅੱਗੇ ਆ ਗਈ ਡੈਜਿਗਨੇਸ਼ਨ। ਇਹ ਅਸੀਂ ਕਿੱਦਾਂ ਅਸੀਂ ਕਿਸੇ ਜਿਹੜੇ ਕੋਈ ਥ੍ਰੈਡ ਵਾ ਇਹ ਕਿਵੇਂ ਅਸੀਂ ਉਹਦਾ ਸਾਈਜ਼ ਦਿੰਦੇ, ਜਿਵੇਂ ਅਸੀਂ ਕਹਿੰਦੇ ਆ ਸਪੈਸੀਫਿਕੇਸ਼ਨ ਵਾ ਜਾਂ ਉਹਦਾ ਸਾਈਜ਼ ਕਿਵੇਂ ਅਸੀਂ ਕਰਨਾ ਹੈਗਾ ਉਹ ਕਿਵੇਂ ਦਿੰਦੇ। ਇਹਦਾ ਜਿਹੜਾ ਅਸੀਂ ਜਿੱਦਾਂ ਲਿਖਿਆ ਹੈ ਸਕੇਅਰ 60/9, ਇੱਥੇ ਜਿਹੜਾ 60 ਦਾ ਮਤਲਬ ਹੈ ਕਿ ਇਹਦਾ ਨੋਮੀਨਲ ਡਾਇਆਮੀਟਰ। ਸੋ ਨੋਮੀਨਲ ਡਾਇਆਮੀਟਰ ਜਿਹੜਾ ਆ ਇਹਦਾ 60 ਹੈ। ਨੋਮੀਨਲ ਡਾਇਆਮੀਟਰ ਕੀ ਹੁੰਦਾ ਆ, ਮੇਜਰ ਡਾਇਆਮੀਟਰ ਹੁੰਦਾ ਆ। ਐਂਡ 9 ਇਜ਼ ਪਿਚ, ਤੇ ਇਹਦੀ ਜਿਹੜੀ ਪਿਚ ਆ ਉਹ 9 ਆ, ਯਾਨੀ ਕਿ 60 ਜਿਹੜਾ ਆ ਉਹਦਾ ਇਹ ਹੈਗਾ ਆ ਨੋਮੀਨਲ ਡਾਇਆਮੀਟਰ ਤੇ ਪਿਚ ਉਹਦੀ ਜਿਹੜੀ ਆ ਉਹ 9 mm ਆ। ਸੋ ਇਸ ਤਰੀਕੇ ਦੇ ਨਾਲ ਇਹਦਾ ਜਿਹੜੀ ਆ ਉਹ ਡੈਜਿਗਨੇਸ਼ਨ ਕੀਤੀ ਹੁੰਦੀ ਹੈ। ਹੁਣ ਆ ਗਏ ਬੇਸਿਕ ਡਾਇਮੈਂਸ਼ਨ ਆਫ ਸਕੇਅਰ ਥ੍ਰੈਡ ਇਨ mm। ਜਿਹੜਾ ਇੰਡੀਅਨ ਸਟੈਂਡਰਡ ਦੇ ਹਿਸਾਬ ਦੇ ਨਾਲ ਵਾ ਉਹ ਡਾਇਮੈਂਸ਼ਨਾਂ ਕੀ ਹੁੰਦੀਆਂ, ਜਿਵੇਂ ਤੁਹਾਨੂੰ ਦੱਸਿਆ ਇਹ ਉੱਪਰ ਮੈਂ ਪਿਚ ਲਿਖੀ ਹੋਈ ਆ। ਸੋ 5 mm ਪਿਚ ਜੇ ਹੈਗੀ ਆ, ਤੁਹਾਨੂੰ ਪਤਾ ਕਿ 5 mm ਪਿਚ ਵਾ ਤਾਂ ਫਿਰ ਉਹ ਕੀ ਆ, ਉਹਦਾ ਜੇ ਕੋਰ ਡਾਇਆਮੀਟਰ 17 ਜਾਂ ਮੇਜਰ ਡਾਇਆਮੀਟਰ ਉਹਦਾ 22 ਆ ਤੇ 5 ਇੱਕ ਪਾਸੇ ਉਹ ਘਟਾ ਦਈਏ ਅਸੀਂ ਉਹਦੀ ਪਿਚ ਦਾ ਮਤਲਬ ਕੀ ਆ, ਪਿਚ ਨਾਲੋਂ ਅੱਧੀ ਉਹਦੀ ਗਹਿਰਾਈ ਹੋਏਗੀ, ਅੱਧੀ ਉੱਧਰ ਹੋ ਗਈ ਅੱਧੀ ਉੱਧਰ ਹੋ ਗਈ ਤਾਂ ਪੂਰੀ ਪਿਚ ਜਿੰਨੀ ਹੋ ਗਈ। ਸੋ ਇਸ ਤਰੀਕੇ ਦੇ ਨਾਲ ਜਿਹੜੀ ਆ ਅਸੀਂ ਪਿਚ ਉਹਦੇ ਵਿੱਚੋਂ ਘਟਾ ਦੇਣੀ ਆ। ਤੋ 22 ਚੋਂ 17 ਕੱਢੇ 5 ਆ ਗਿਆ, ਤਾਂ 5 ਸਾਡੀ ਪਿਚ ਆ ਗਈ, ਜਾਂ ਅਸੀਂ ਕਹਿ ਸਕਦੇ 17 'ਚ 5 ਪਲੱਸ ਕੀਤੇ 22 ਬਣ ਗਏ। ਜਿਹੜਾ ਉਹਦਾ ਕੋਰ ਡਾਇਆਮੀਟਰ ਦੇ ਵਿੱਚ 5 ਪਲੱਸ ਕਰਦੇ ਉਹ 22। ਇੱਦਾਂ ਹੀ 19 'ਚ 5 ਪਲੱਸ ਕੀਤੇ ਮੇਜਰ ਡਾਇਆਮੀਟਰ ਉਹਦਾ 24 ਬਣ ਗਿਆ। ਇਸੇ ਤਰ੍ਹਾਂ 23 'ਚ ਕੀਤੇ 28 ਬਣ ਗਿਆ। ਇਸੇ ਤਰ੍ਹਾਂ 24 'ਚ 5 ਐਡ ਕੀਤੇ ਤਾਂ ਉਹ 29 ਬਣ ਗਏ। ਕਹਿਣ ਦਾ ਭਾਵ ਇਹ ਸਾਈਜ਼ ਜਿਹੜੇ ਆ 5 mm ਦੀ ਪਿਚ ਦੇ ਵਿੱਚ ਮਿਲਦੇ ਨੇ। ਅਗਲਾ ਆ ਗਿਆ ਪਿਚ ਕੋਰ ਡਾਇਆ ਪਿਚ ਕੋਰ ਡਾਇਆ। ਸੋ ਇਹ ਤੇ ਮੇਜਰ ਡਾਇਆਮੀਟਰ। ਹੁਣ ਇਹ ਆ ਗਿਆ ਪਿਚ, ਇਹਦੇ ਵਿੱਚ ਲਿਖਿਆ 6 mm ਦੀ ਪਿਚ। 6 mm ਦੀ ਪਿਚ ਦੇ ਵਿੱਚ ਕੀ ਆ, ਇਹ ਮਿਲਦੇ ਆ ਇੱਕ ਜਿਹੜਾ ਹੈਗਾ ਮੇਜਰ ਡਾਏ ਦੇ ਵਿੱਚ ਉਹ 30 ਦੇ ਵਿੱਚ ਮਿਲਦੇ ਆ,
ਹੁਣ ਅਗਲਾ ਆ ਗਿਆ 6 mm ਵਾਲੀ ਪਿੱਚ ਦਾ। ਇਹ 6 mm ਦੇ ਵਿੱਚ ਕੀ ਮਿਲਦਾ, ਮੇਜਰ ਡਾਇਆਮੀਟਰ 30 ਵਾਲਾ ਮਿਲਦਾ, 32 ਵਾਲਾ ਮਿਲਦਾ, 34 ਵਾਲਾ ਮਿਲਦਾ, 36 ਵਾਲਾ ਮਿਲਦਾ। ਜਦੋਂ ਇਹ 30 ਵਾਲਾ ਆ ਤਾਂ ਇਹਦਾ ਕੋਡ ਡਾਇਆਮੀਟਰ 30 ਚੋਂ ਅਸੀਂ 6 ਘਟਾਤੇ 24 ਆ ਗਏ, 32 ਚੋਂ 6 ਘਟਾਏ 26 ਆ ਗਏ, 34 ਚੋਂ 6 ਘਟਾਏ 28 ਆ ਗਏ। ਸੋ ਇਸੇ ਤਰੀਕੇ ਨਾਲ 36 ਚੋਂ 6 ਘਟਾਏ 30 ਆ ਗਏ। ਸੋ ਇਸ ਤਰੀਕੇ ਨਾਲ ਇਹਦਾ ਜਿਹੜਾ ਆ ਉਹ ਇਸ ਸਟੈਂਡਰਡ ਦੇ ਵਿੱਚ ਮਿਲਦਾ। ਇੱਦਾਂ 7 ਦੀ ਪਿੱਚ ਦੇ ਵਿੱਚ ਆ ਜਿਹੜਾ ਉਹ ਕੋਡ ਆਇਆ 31 ਵਾਲਾ ਮਿਲਦਾ, 33 ਵਾਲਾ ਮਿਲਦਾ ਤੇ 35 ਵਾਲਾ ਮਿਲਦਾ, 37 ਵਾਲਾ ਮਿਲਦਾ। ਸੋ ਇਹਦੇ ਵਿੱਚ ਜਦੋਂ ਅਸੀਂ 31 ਦੇ ਵਿੱਚ 7 ਪਲੱਸ ਕਰਦੇ ਹਾਂ ਤਾਂ ਮੇਜਰ ਡਾਇਆਮੀਟਰ ਬਣ ਜਾਂਦਾ 38 ਬਣ ਜਾਂਦਾ। 33 ਦੇ ਵਿੱਚ 7 ਪਲੱਸ ਕਰਦੇ ਹਾਂ ਤਾਂ ਮੇਜਰ ਡਾਇਆਮੀਟਰ 40 ਬਣ ਜਾਂਦਾ। 35 ਦੇ ਵਿੱਚ 7 ਪਲੱਸ ਕਰਦੇ ਹਾਂ ਤਾਂ 42 ਬਣ ਜਾਂਦਾ। 37 ਦੇ ਵਿੱਚ 7 ਕਰਦੇ ਹਾਂ ਤਾਂ 44 ਬਣ ਜਾਂਦਾ। ਇਸੇ ਤਰ੍ਹਾਂ 8 ਜਿਹੜੀ ਆ 8 mm ਦੀ ਪਿੱਚ ਉਹਦੇ ਵਿੱਚ ਮਿਲਦਾ ਹੈਗਾ। ਸੋ ਇਹਦੇ ਵਿੱਚ ਕੀ ਆ, ਜਿਹੜਾ ਕੋਡ ਡਾਇਆਮੀਟਰ ਵਾ ਇਹ 38 ਦਾ, 40 ਦਾ, 42 ਦਾ ਤਾਂ 44 ਦਾ ਮਿਲਦਾ। ਹੁਣ ਜੇ ਅਸੀਂ ਕੋਡ ਡਾਇਆਮੀਟਰ ਦੇ ਵਿੱਚ 8 ਪਲੱਸ ਕਰ ਦਿੰਦੇ ਹਾਂ ਉਹਦੀ ਪਿੱਚ ਤੇ ਇਹ 46 ਬਣ ਜਾਂਦਾ। ਜੇ 40 ਦੇ ਵਿੱਚ 8 ਪਲੱਸ ਕਰਦੇ ਹਾਂ 48, ਇੱਦਾਂ ਹੀ 52 'ਚ 8 ਕਰਦੇ ਹਾਂ 50, 44 'ਚ ਕੀਤਾ 52। ਸੋ ਇਸੇ ਤਰ੍ਹਾਂ 9 ਦੀ ਪਿੱਚ ਦੇ ਵਿੱਚ ਮਿਲਦੇ ਹੈਗੇ ਆ ਕੋਡ ਡਾਇਆਮੀਟਰ ਵਾਲੇ 46 ਵਾਲੇ, 49 ਵਾਲੇ ਤਾਂ 51 ਵਾਲੇ ਤਾਂ 53 ਵਾਲੇ। ਇਹਦੇ 'ਚ ਕੀ ਆ, ਜਦੋਂ ਪਲੱਸ ਕੀਤਾ 46 ਵਾਲਾ 55 ਹੋ ਗਿਆ ਤੇ 49 ਵਾਲਾ ਜਿਹੜਾ 58 ਹੋ ਗਿਆ, 51 ਵਾਲਾ 60 ਹੋ ਗਿਆ, 53 ਵਾਲਾ 62 ਹੋ ਗਿਆ। ਇੱਦਾਂ ਹੀ 10 mm ਦੀ ਪਿੱਚ ਦੇ ਵਿੱਚ ਹੁੰਦੇ ਆ। ਸੋ ਇਹਦੇ ਵਿੱਚ 55 ਆ। ਇਸੇ ਤਰੀਕੇ ਨਾਲ ਜਿਹੜੀ ਆ ਉਹ 10 ਵਾਲੇ ਹੁੰਦੀ ਆ, 55 'ਚ ਵੀ ਹੁੰਦੀ ਆ, 58 'ਚ ਵੀ ਹੁੰਦੀ ਆ, 60 ਵੀ ਹੁੰਦੀ ਆ, 62 ਵੀ ਹੁੰਦੀ ਆ, 65 ਵੀ ਹੁੰਦੀ ਆ, 68 ਵੀ ਹੁੰਦੀ ਆ, 72 ਵੀ ਹੁੰਦੀ ਆ ਤੇ 70 ਵੀ ਹੁੰਦੀ ਆ। ਇਹ ਕੋਡ ਡਾਇਆਮੀਟਰ ਹੁੰਦਾ। ਜੇ ਕੋਡ ਡਾਇਆਮੀਟਰ 55 ਆ, 10 ਪਲੱਸ ਕਰਕੇ ਮੇਜਰ ਉਹਦਾ 65 ਬਣ ਗਿਆ। ਜੇ 58 ਆ ਤਾਂ 10 ਪਲੱਸ ਕਰਕੇ 68 ਬਣ ਜਾਣਾ ਆ। ਸੋ ਜੇ 60 ਵਾ ਤਾਂ ਉਹਦਾ 70 ਬਣ ਗਿਆ, 62 ਵਾ ਤਾਂ 72 ਬਣ ਗਿਆ, ਜੇ 65 ਵਾ ਤਾਂ 75 ਬਣ ਗਿਆ, 68 ਵਾ ਤਾਂ ਪਲੱਸ 10 ਕਰਕੇ 78 ਬਣ ਗਿਆ। ਇਸੇ ਤਰ੍ਹਾਂ 70 ਵਾ ਤਾਂ 10 ਪਲੱਸ ਕਰਕੇ 80 ਬਣ ਗਿਆ, 72 ਵਾ ਤਾਂ 10 ਪਲੱਸ ਕਰਕੇ 82 ਬਣ ਗਿਆ। ਇਹ ਸੀ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ, ISI ਦੇ ਹਿਸਾਬ ਨਾਲ ਇਹ ਸਟੈਂਡਰਡਾਈਜੇਸ਼ਨ, ਜਿੱਦਾਂ ਸਟੈਂਡਰਡ ਅਸੀਂ ਜਿਹੜੇ ਆ ਉਹਦੇ ਅਕੋਰਡਿੰਗ ਜਿਹੜੇ ਆ ਇਹ ਚੂੜੀ ਸਕੇਅਰ ਥ੍ਰੈਡ ਹੁੰਦੇ ਆ। ਸੋ ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ।